ਬਾਲਕ ਨੂੰ ਪਾਤਸ਼ਾਹੀ। ਜਦ ਗੁਰੂ ਜੀ ਅੱਗੇ ਚੱਲ ਪਏ ਤਾਂ ਰਸਤੇ ਵਿੱਚ ਆਪ ਜੀ ਨੇ ਇੱਕ ਛੋਲਿਆਂ ਦਾ ਖੇਤ ਪੱਕਾ ਹੋਇਆ ਵੇਖਿਆ। ਮਰਦਾਨੇ ਨੇ ਕਿਹਾ, ਗੁਰੂ ਜੀ ਆਗਿਆ ਦਿਓ ਤਾਂ ਇੱਕ ਬੂਟਾ ਪੁੱਟ ਕੇ ਭੁੰਨ ਕੇ ਚੱਬ ਲਵਾਂ। ਮਰਦਾਨੇ ਦੀ ਗੱਲ ਸੁਣ ਕੇ ਗੁਰੂ ਜੀ ਉੱਥੇ ਖੇਤ ਪਾਸ ਹੀ ਬੈਠ ਗਏ। ਉਹ ਖੇਤ ਦਾ ਰਖਵਾਲਾ ਇੱਕ ਬਾਲਕ ਸੀ। ਜਦ ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੇ ਖੇਤ ਵਿੱਚੋਂ ਬੂਟਾ ਪੁੱਟ ਕੇ ਹੌਲਾ ਭੁੰਨ ਕੇ ਗੁਰੂ ਜੀ ਅੱਗੇ ਲਿਆ ਰੱਖੀਆਂ। ਤਦ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਨਾਲ ਬੜੇ ਸਵਾਦ ਨਾਲ ਹੌਲਾਂ ਚੱਬ ਲਈਆਂ। ਉਪਰੰਤ ਬਾਲਕ ਨੇ ਬੇਨਤੀ ਕੀਤੀ, ਮਹਾਰਾਜ ਜੀ ਹੁਕਮ ਕਰੋ ਨਾ ਆਪ ਜੀ ਵਾਸਤੇ ਕੁਝ ਭੋਜਨ ਤਿਆਰ ਕਰਕੇ ਲਿਆਵਾਂ। ਆਪ ਸੰਤ ਹੋ ਕੇ ਕੁਝ ਮੇਰਾ ਭੋਜਨ ਛਕ ਲਵੋਗੇ ਤਾਂ ਮੇਰਾ ਭਲਾ ਹੋਵੇਗਾ। ਗੁਰੂ ਜੀ ਨੇ ਉਸ ਦੀ ਸ਼ਰਧਾ ਵੇਖ ਕੇ ਬਚਨ ਕੀਤਾ, ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰਾਜਿਆ ਆਓ ਬਹੁ ਸੁਲਤਾਨ। ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਹੀਂ ਹਨ। ਬਾਲਕ ਨੇ ਪਾਤਸ਼ਾਹੀ ਦਾ ਵਰ ਦੇ ਕੇ ਗੁਰੂ ਜੀ ਤਾਂ ਅੱਗੇ ਨੂੰ ਤੁਰ ਪਏ, ਪਰ ਬਾਲਕ ਉੱਥੇ ਖੇਤ ਪਾਸ ਹੀ ਬੈਠਾ ਰਿਹਾ। ਐਸਾ ਕਰਨਾ ਕਰਤਾਰ ਦਾ ਹੋਇਆ ਕਿ ਉਸ ਦਿਨ ਦੇਸ਼ ਦਾ ਰਾਜਾ ਸੰਤਾਨਹੀਨ ਮਰ ਗਿਆ। ਮੰਤਰੀਆਂ ਨੇ ਇਸ ਸਲਾਹ ਕੀਤੀ ਕਿ ਸਵੇਰੇ ਜਿਹੜਾ ਸਭ ਤੋਂ ਪਹਿਲਾਂ ਸ਼ਹਿਰ ਦੇ ਦਰਵਾਜ਼ੇ ਅੱਗੇ ਆਵੇ ਉਸ ਨੂੰ ਹੀ ਰਾਜ ਤਿਲਕ ਦਿੱਤਾ ਜਾਵੇ। ਇਹ ਬਾਲਕ ਜੋ ਰਾਤ ਭਰ ਖੇਤ ਦੀ ਰਾਖੀ ਕਰਦਾ ਰਿਹਾ ਸੀ, ਸਵੇਰੇ ਹੀ ਉੱਠ ਕੇ ਘਰ ਨੂੰ ਆਇਆ ਤਾਂ ਦਰਵਾਜ਼ੇ ਵਿੱਚੋਂ ਇਸ ਨੂੰ ਫੜ ਕੇ ਮੰਤਰੀ ਆਪਣੇ ਨਾਲ ਰਾਜ ਮਹਿਲਾਂ ਵਿੱਚ ਲੈ ਗਏ। ਇਸ਼ਨਾਨ ਕਰਕੇ ਸ਼ਾਹੀ ਬਸਤਰ ਪਵਾ ਕੇ ਰਾਜ ਤਿਲਕ ਦੇ ਕੇ ਦੇਸ਼ ਦਾ ਰਾਜਾ ਬਣਾ ਦਿੱਤਾ। ਉੱਧਰ ਗੁਰੂ ਜੀ ਰਸਤੇ ਵਿੱਚ ਜਾ ਰਹੇ ਸਨ ਕਿ ਅੱਗੋਂ ਇੱਕ ਵਪਾਰੀ ਮਿਲਿਆ। ਗੁਰੂ ਜੀ ਨੇ ਉਸ ਨੂੰ ਪੁੱਛਿਆ, ਪਿੱਠ ਪਿੱਛੇ ਤੂੰ ਕੀ ਬੱਧਾ ਹੋਇਆ ਹੈ? ਵਪਾਰੀ ਨੇ ਕਿਹਾ, ਲੂਣ ਰੂੰ ਤੇ ਤੇਲ ਪਿੰਡਾਂ ਵਿੱਚ ਵੇਚਦਾ ਫਿਰਦਾ ਹਾਂ। ਗੁਰੂ ਜੀ ਨੇ ਕਿਹਾ, ਸਾਨੂੰ ਗਠੜੀ ਖੋਲ੍ਹ ਕੇ ਵਿਖਾਓ। ਤਦ ਉਸ ਨੇ ਗਠੜੀ ਖੋਲ੍ਹੀ ਤਾਂ ਗੁਰੂ ਜੀ ਨੇ ਵੱਟੇ ਵੇਖ ਕੇ ਆਖਿਆ, ਇਹਨਾਂ ਵੱਟਿਆਂ ਦੇ ਨਾਮ ਸਾਨੂੰ ਦੱਸੋ। ਵਪਾਰੀ ਨੇ ਕਿਹਾ, ਜੀ ਇਹ ਵੱਟੇ 5 ਸੇਰ 2 ਸੇਰ 1 ਸੇਰ ਦੇ ਹਨ। ਇਹ ਜੋ ਤੁਹਾਡੇ ਹੱਥ ਵਿੱਚ ਹੈ ਇਸ ਦਾ ਨਾਮ ਪਾ ਹੈ। ਗੁਰੂ ਜੀ ਨੇ ਕਿਹਾ, ਇਹ ਪਾ ਧਨ ਹੈ ਜਿਸ ਨੇ ਆਪਣੇ ਆਪ ਨੂੰ ਛੋਟਾ ਅਖਵਾਇਆ ਹੈ, ਇਹ ਪੂਜਨ ਯੋਗ ਹੈ। ਇਹ ਬਚਨ ਸੁਣ ਕੇ ਵਪਾਰੀ ਦਾ ਹੰਕਾਰ ਦੂਰ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ। ਗੁਰੂ ਜੀ ਉਸ ਦੀ ਦੀਨਤਾ ਤੇ ਸ਼ਰਧਾ ਵੇਖ ਕੇ ਦਿਆਲ ਹੋ ਗਏ ਅਤੇ ਉਸ ਦੇ ਸਿਰ 'ਤੇ ਹੱਥ ਫੇਰਿਆ, ਜਿਸ ਨਾਲ ਉਸ ਦੇ ਕਪਾਟ ਖੁੱਲ੍ਹ ਗਏ ਤੇ ਉਸ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਜਦ ਇਹ ਸਾਰੀ ਕਥਾ ਬਾਲਾ ਜੀ ਨੇ ਸੁਣਾਈ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ, ਭਾਈ ਬਾਲਾ, ਇਸ ਵਪਾਰੀ ਨੂੰ ਬਿਨਾਂ ਸੇਵਾ ਕੀਤੇ ਹੀ ਇੱਕ ਦਿਨ ਵਿੱਚ ਹੀ ਇਹ ਪਦਵੀ ਕਿਉਂ ਪ੍ਰਾਪਤ ਹੋ ਗਈ? ਤਦ ਬਾਲਾ ਜੀ ਨੇ ਕਿਹਾ, ਮਹਾਰਾਜ ਇਹ ਗੱਲ ਮੈਂ ਵੀ ਗੁਰੂ ਜੀ ਤੋਂ ਪੁੱਛੀ ਸੀ ਤਾਂ ਉਹਨਾਂ ਨੇ ਉੱਤਰ ਦਿੱਤਾ ਸੀ ਕਿ ਇਸ ਦੇ ਪੂਰਬਲੇ ਕਰਮਾਂ ਕਰਕੇ ਇਸ ਦਾ ਇਹ ਕਾਰਜ ਛੇਤੀ ਹੋ ਗਿਆ ਹੈ। ਜੇ ਇਸ ਤਰ੍ਹਾਂ ਦੀਵੇ ਵਿੱਚ ਤੇਲ ਬੱਤੀ ਪਈ ਹੋਵੇ ਤਾਂ ਕੇਵਲ ਤਿੱਲੀ ਲਾਉਣ ਦੀ ਹੀ ਦੇਰ ਹੁੰਦੀ ਹੈ, ਤਤ ਛਿਨ ਹੀ ਪ੍ਰਕਾਸ਼ ਹੋ ਜਾਂਦਾ ਹੈ। ਇਸ ਪ੍ਰਕਾਰ ਹੀ ਇਸ ਵਪਾਰੀ ਦੀ ਗੱਲ ਜਾਣੋ। ਉਪਰੰਤ ਜਦ ਗੁਰੂ ਜੀ ਕਈ ਕੋਹਾਂ ਦੀ ਉਜਾੜ ਵਿੱਚ ਹੀ ਤੁਰੇ ਗਏ ਤਾਂ ਮਰਦਾਨੇ ਨੇ ਆਖਿਆ, ਗੁਰੂ ਜੀ ਇਹ ਬੜੀ ਭਾਰੀ ਉਜਾੜ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ ਇਹ ਉਜਾੜ ਨਹੀਂ ਹੈ, ਬੜਾ ਸੁੰਦਰ ਨਗਰ ਹੈ, ਕਿਉਂਕਿ ਇੱਥੇ ਘਰ ਤਿਆਗ ਕੇ ਸਿੱਧ ਸਾਧ ਜੋਗੀ ਤੇ ਤਪੀ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਬੜਾ ਤਪ ਕਰ ਰਹੇ ਹਨ। ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਘੁੱਗ ਵਸਦਾ ਨਗਰ ਵੀ ਉਜਾੜ ਬਰਾਬਰ ਹੈ। ਇੱਥੇ ਤਾਂ ਅਨੇਕਾਂ ਰੰਗ ਰਤੇ ਪ੍ਰੇਮੀ ਲਿਵ ਲਾਈ ਬੈਠੇ ਹਨ। ਆਪ ਜੀ ਨੇ ਸ਼ਬਦ ਉਚਾਰਨ ਕੀਤਾ, ਆਸਾ ਮਹੱਲਾ ਪਹਿਲਾ ਘਰ ਚੌਥਾ। ਦੇਵਤਿਆਂ ਦਰਸ਼ਨ ਕੈ ਤਾਈ ਦੂਖ ਪੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇ ਭੇਖ ਭਏ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਰਹਾਓ। ਦਰ ਘਰ ਮਹਿਲਾ ਹਸਤੀ ਘੋੜੇ, ਛੋੜ ਵਲਾਇਤੀ ਦੇਸ਼ ਗਏ, ਪੀਰ ਪੈਕਾਪਰ ਸਾਲਿਕ ਸਾਧਕ ਛੋਡੀ ਦੁਨੀਆ ਥਾਏ ਪਏ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਕਾਪੜ ਛੋਡੇ ਚਮੜ ਲੀਏ। ਦੁਖੀਏ ਦਰਦਵੰਦ ਦਰ ਤੇਰੈ, ਨਾਮ ਰਤੇ ਦਰਵੇਸ਼ ਭਏ। ਖਲੜੀ ਖੱਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹੋ ਸਾਂਗੀ, ਤੇਰਾ ਪ੍ਰਣਵੇ ਨਾਨਕ ਜਾਤ ਕੈਸੀ। ਭਾਵ, ਹੇ ਵਾਹਿਗੁਰੂ,
ਤੇਰੇ ਦਰਸ਼ਨ ਕਰਨ ਵਾਸਤੇ ਇਹ ਜੋਗੀ ਜਤੀ ਤਪੀ ਘਰ ਬਾਹਰ ਛੱਡ ਕੇ ਦੁੱਖ ਭੁੱਖ ਸਹਾਰਦੇ ਫਿਰਦੇ ਹਨ। ਤੇਰੇ ਦਰਸ਼ਨਾਂ ਵਾਸਤੇ ਅਨੇਕ ਪ੍ਰਕਾਰ ਦੇ ਭੇਸ ਕਰਕੇ ਤੇਰੇ ਦਰ ਤੇ ਆਣ ਕੇ ਤੇਰੇ ਨਾਮ ਦੇ ਜਾਚਕ ਹੁੰਦੇ ਹਨ। ਤੂੰ ਸਭ ਦਾ ਮਾਲਕ ਹੈ, ਅਸੀਂ ਕੇਵਲ ਤੇਰੇ ਸਵਾਂਗ ਧਾਰਨ ਵਾਲੇ ਹਾਂ। ਠੱਗਾਂ ਦਾ ਦੇਸ਼। ਗੁਰੂ ਜੀ ਨੇ ਜਦ ਇਹ ਸ਼ਬਦ ਉਚਾਰਨ ਕੀਤਾ ਤਾਂ ਮਰਦਾਨਾ ਸੁਣ ਕੇ ਚੁੱਪ ਹੋ ਗਿਆ। ਫਿਰ ਜਦ ਉਜਾੜ ਤੋਂ ਬਾਹਰ ਨਿਕਲ ਗਏ ਤਾਂ ਇੱਕ ਪਿੰਡ ਆਇਆ ਜਿਸ ਵਿੱਚ ਸਾਰੇ ਘਰ ਠੱਗਾਂ ਦੇ ਹੀ ਸਨ। ਇਹ ਠੱਗ ਮਨੁੱਖਾਂ ਨੂੰ ਮਾਰ ਕੇ ਉਹਨਾਂ ਦਾ ਧਨ ਲੁੱਟ ਲੈਂਦੇ ਸਨ। ਇਹਨਾਂ ਨੂੰ ਸੁਮਿਤ ਦੇਣ ਵਾਸਤੇ ਗੁਰੂ ਜੀ ਉਸ ਨਗਰ ਵਿੱਚ ਜਾ ਵੜੇ ਅਤੇ ਇੱਕ ਕੌਤਕ ਰਚਨਾ ਕੀਤਾ। ਮੈਨੂੰ ਬਾਲੇ ਨੂੰ ਗੁਰੂ ਜੀ ਨੇ 16 ਵਰ੍ਹਿਆਂ ਦੀ ਮੁਟਿਆਰ ਇਸਤਰੀ ਬਣਾ ਦਿੱਤਾ ਅਤੇ ਆਪ ਚੰਗੀ ਪੁਸ਼ਾਕ ਪਹਿਨ ਕੇ ਲਾੜੇ ਜਾਪੜ ਲੱਗ ਗਏ। ਇਉਂ ਸਿੱਧ ਕੀਤਾ ਕਿ ਜਿਵੇਂ ਗੁਰੂ ਜੀ ਮੁਕਲਾਵਾ ਲੈ ਕੇ ਆਏ ਹਨ ਅਤੇ ਮਰਦਾਨਾ ਡੂਮ ਉਹਨਾਂ ਨਾਲ ਲੱਗੀ ਹੈ। ਉਪਰੰਤ ਇੱਕ ਠੱਗ ਦੇ ਘਰ ਜਾ ਬੈਠੇ ਜੋ ਇਹਨਾਂ ਨੂੰ ਵੇਖ ਕੇ ਬੜਾ ਖੁਸ਼ ਹੋਇਆ ਅਤੇ ਉੱਪਰੋਂ ਪ੍ਰੇਮ ਨਾਲ ਸੇਵਾ ਕਰਨ ਲੱਗਾ। ਇਤਨੇ ਨੂੰ ਹੋਰ ਠੱਗ ਵੀ ਆ ਗਏ ਅਤੇ ਸਭ ਨੇ ਸਲਾਹ ਕੀਤੀ ਕਿ ਇਹਨਾਂ ਨੂੰ ਅੱਜ ਰਾਤ ਨੂੰ ਲੁੱਟਾਂਗੇ। ਇਹਨਾਂ ਪਾਸ ਬਹੁਤ ਧਨ ਜਾਪਦਾ ਹੈ, ਸਵੇਰੇ ਸਾਰੇ ਬਰਾਬਰ ਕਰਕੇ ਵੰਡ ਲਵਾਂਗੇ। ਪਰ ਜਦ ਰਾਤ ਨੂੰ ਸੁੱਤੇ ਤਾਂ ਠੱਗਾਂ ਨੂੰ ਐਸੀ ਨੀਂਦ ਆਈ ਕਿ ਸੂਰਜ ਚੜ੍ਹੇ ਤੱਕ ਸੁੱਤੇ ਹੀ ਰਹੇ। ਪਰ ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਚਲੇ ਗਏ। ਜਦ ਦਿਨ ਚੜ੍ਹਿਆ ਤਾਂ ਬਾਕੀ ਦੇ ਠੱਗਾਂ ਨੇ ਉਸ ਘਰ ਵਾਲੇ ਠੱਗ ਪਾਸੋਂ ਆਪਣਾ ਹਿੱਸਾ ਮੰਗਿਆ। ਉਸ ਨੇ ਕਿਹਾ, ਉਹ ਮੇਰੇ ਸੁੱਤਿਆਂ ਹੀ ਘਰੋਂ ਨਿਕਲ ਗਏ ਹਨ, ਮੈਂ ਕੁਝ ਨਹੀਂ ਲੁੱਟ ਸਕਿਆ। ਉਹ ਕਹਿਣ ਲੱਗੇ, ਤੂੰ ਸਾਡੇ ਅੱਗੇ ਝੂਠ ਬੋਲਦਾ ਹੈ। ਪਰ ਜਦ ਉਸ ਨੇ ਬਹੁਤ ਸੌਹਾਂ ਖਾਧੀਆਂ ਤਾਂ ਫਿਰ ਉਹ ਉਸ ਉੱਤੇ ਯਕੀਨ ਕਰਕੇ ਗੁਰੂ ਜੀ ਨੂੰ ਲੱਭਣ ਵਾਸਤੇ ਬਾਹਰ ਉੱਠ ਨੱਠੇ ਤੇ 5 ਕੋਹਾਂ ਉੱਤੇ ਗੁਰੂ ਜੀ ਨੂੰ ਘੇਰ ਕੇ ਆਖਣ ਲੱਗੇ, ਜੋ ਕੁਝ ਤੇਰੇ ਪਾਸ ਹੈ ਰੱਖ ਦਿਓ, ਨਹੀਂ ਤਾਂ ਜਾਨੋਂ ਮਾਰ ਦਿਆਂਗੇ। ਗੁਰੂ ਜੀ ਨੇ ਕਿਹਾ, ਜੇ ਤੁਸੀਂ ਮਾਰਨ ਵਾਸਤੇ ਆਏ ਹੋ ਤਾਂ ਮਾਰ ਬੇਸ਼ੱਕ ਦਿਓ, ਪਰ ਪਹਿਲਾਂ ਸਾਡੇ ਸਾੜਨ ਵਾਸਤੇ ਲੱਕੜਾਂ ਇਕੱਠੀਆਂ ਕਰ ਲਵੋ, ਫਿਰ ਜੋ ਕੁਝ ਸਾਡੇ ਪਾਸ ਹੋਵੇਗਾ ਲੈ ਲੈਣਾ। ਠੱਗਾਂ ਨੇ ਕਿਹਾ, ਇੱਥੇ ਅੱਗ ਨਹੀਂ ਹੈ, ਤੁਹਾਨੂੰ ਸਾੜਾਂਗੇ ਕਿਸ ਤਰ੍ਹਾਂ? ਗੁਰੂ ਜੀ ਨੇ ਕਿਹਾ, ਇੱਕ ਪਾਸੇ ਜੋ ਦੂਰ ਧੂੰਆਂ ਨਿਕਲਦਾ ਹੈ ਉੱਥੋਂ ਅੱਗ ਲੈ ਆਓ। 2 ਜਾਣੇ ਚਲੇ ਜਾਓ ਤੇ ਬਾਕੀ ਸਾਡੇ ਪਾਸ ਹੀ ਬੈਠੋ। ਇਹ ਗੱਲ ਸੁਣ ਕੇ 2 ਠੱਗ ਅੱਗ ਲੈਣ ਚਲੇ ਗਏ ਅਤੇ ਬਾਕੀ ਦੇ 3 ਗੁਰੂ ਜੀ ਪਾਸ ਖੜੇ ਰਹੇ। ਉੱਧਰ 2 ਜਣੇ ਜਦ ਅੱਗ ਲੈਣ ਗਏ ਤਾਂ ਉਹਨਾਂ ਨੇ ਰਸਤੇ ਵਿੱਚ ਵੇਖਿਆ ਕਿ ਇੱਕ ਆਦਮੀ ਨੂੰ 2-3 ਜਣੇ ਬੰਨ੍ਹ ਕੇ ਲਈ ਜਾਂਦੇ ਹਨ ਅਤੇ ਗਾਲਾਂ ਕੱਢਦੇ ਤੇ ਮਾਰਦੇ ਜਾਂਦੇ ਹਨ। ਜਦ ਇਹ ਠੱਗ ਅੱਗੇ ਗਏ ਤਾਂ ਇਹਨਾਂ ਨੇ ਇੱਕ ਚਿਖਾ ਬਲਦੀ ਵੇਖੀ। ਜਦ ਇਹ ਅੱਗ ਲੈ ਕੇ ਵਾਪਸ ਮੁੜੇ, ਇਹਨਾਂ ਨੇ ਵੇਖਿਆ ਕਿ ਉਹੀ ਆਦਮੀ ਜਿਸ ਨੂੰ ਬੰਨ੍ਹ ਕੇ ਮਾਰਦੇ ਕੁੱਟਦੇ ਲਈ ਜਾਂਦੇ ਸਨ, ਉਹ ਹੁਣ ਬਿਬਾਨ ਵਿੱਚ ਚੜ੍ਹਿਆ ਹੋਇਆ ਹੈ ਅਤੇ ਉਸ ਦੇ ਅੱਗੇ ਵਾਜੇ ਵੱਜਦੇ ਜਾ ਰਹੇ ਹਨ। ਠੱਗ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋ ਗਏ ਅਤੇ ਪਾਸ ਜਾ ਕੇ ਪੁੱਛਿਆ ਕਿ ਤੁਸੀਂ ਜਿਸ ਨੂੰ ਪਹਿਲਾਂ ਮਾਰ ਕੁੱਟ ਰਹੇ ਸੀ, ਹੁਣ ਉਸ ਨੂੰ ਬਿਬਾਨ ਵਿੱਚ ਬਿਠਾਇਆ ਹੋਇਆ ਹੈ, ਇਹ ਕੀ ਗੱਲ? ਉਹਨਾਂ ਨੇ ਦੱਸਿਆ ਕਿ ਇਹ ਬੜਾ ਪਾਪੀ ਸੀ, ਪਰੰਤੂ ਇਸ ਦੀ ਚਿਖਾ ਦੇ ਧੂਏ ਉੱਤੇ ਗੁਰੂ ਨਾਨਕ ਦੀ ਨਜ਼ਰ ਪੈਣ ਕਰਕੇ ਇਸ ਦੇ ਪਾਪ ਨਸ਼ਟ ਹੋ ਗਏ ਹਨ ਤੇ ਪਵਿੱਤਰ ਹੋ ਗਿਆ ਹੈ, ਜਿਸ ਕਰਕੇ ਹੁਣ ਇਸ ਨੂੰ ਸਵਰਗਾਂ ਵਿੱਚ ਲੈ ਜਾਣ ਵਾਸਤੇ ਬਿਬਾਨ ਵਿੱਚ ਬਿਠਾ ਲਿਆ। ਠੱਗਾਂ ਨੇ ਕਿਹਾ, ਗੁਰੂ ਨਾਨਕ ਜੀ ਕਿੱਥੇ ਹਨ? ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਜੀ ਉਹੀ ਹਨ ਜਿਨ੍ਹਾਂ ਨੂੰ ਸਾੜਨ ਵਾਸਤੇ ਤੁਸੀਂ ਅੱਗ ਲੈ ਚੱਲੇ ਹੋ। ਤਦ ਠੱਗਾਂ ਨੇ ਗੁਰੂ ਜੀ ਪਾਸ ਆਣ ਕੇ ਮਾफ़ੀ ਮੰਗੀ ਅਤੇ ਆਪਣੀ ਭੁੱਲ ਬਖਸ਼ਾਈ। ਗੁਰੂ ਜੀ ਨੂੰ ਆਪਣੇ ਘਰ ਲਿਜਾ ਕੇ ਉਹਨਾਂ ਨੇ ਬੜੀ ਸੇਵਾ ਕੀਤੀ ਅਤੇ ਆਪਣੀ ਕਲਿਆਣ ਹਿੱਤ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਜੀਵ ਹੱਤਿਆ ਕਰਨੀ ਛੱਡ ਦਿਓ, ਪਾਪਾਂ ਨਾਲ ਇਕੱਠਾ ਕੀਤਾ ਧਨ ਗਰੀਬਾਂ ਨੂੰ ਲੁਟਾ ਦਿਓ, ਸਤਨਾਮ ਦਾ ਸਿਮਰਨ ਕਰਿਆ ਕਰੋ, ਨੇਕ ਕਿਰਤ ਕਰਕੇ ਨਿਰਵਾਹ ਕਰੋ, ਧਰਮਸ਼ਾਲਾ ਬਣਾ ਕੇ ਉਸ ਵਿੱਚ ਸਤਸੰਗ ਕਰਿਆ ਕਰੋ। ਇਹ ਕਰਮ ਕਰੋਗੇ ਤਾਂ ਸਦਾ ਸੁਖ ਪਾਓਗੇ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਭ ਨੇ ਸਿੱਖੀ ਧਾਰਨ ਕਰ ਲਈ ਅਤੇ ਬੁਰਾਈਆਂ ਤਿਆਗ ਕੇ ਆਪਣਾ ਵਿਹਾਰ ਕਾਰ ਕਰਨ ਲੱਗੇ। ਕਾਰੂ ਬਾਦਸ਼ਾਹ। ਭਾਈ ਬਾਲਾ ਜੀ ਨੇ ਕਿਹਾ, ਮਹਾਰਾਜ, ਅੱਗੇ ਗੁਰੂ ਜੀ ਰੂਮ ਦੇਸ਼ ਵਿੱਚ ਜਾ ਪਹੁੰਚੇ। ਇਸ ਦੇਸ਼ ਦਾ ਪਾਤਸ਼ਾਹ ਕਾਰੂ ਸੀ। ਗੁਰੂ ਜੀ ਨੇ ਜਾ ਕੇ ਵੇਖਿਆ ਕਿ ਇੱਥੋਂ ਦੇ ਲੋਕ ਬੜੇ ਗਰੀਬ ਹਨ, ਕੋਈ ਅਤਿਥੀ ਸੰਤ ਦੀ ਸੇਵਾ ਨਹੀਂ ਕਰਦਾ ਸੀ
ਕਿਸੇ ਪਾਸ ਵੀ ਕੋਈ ਪੈਸਾ ਨਹੀਂ ਸੀ। ਸਾਰੇ ਦੇਸ਼ ਵਿੱਚ ਪਰਮੇਸ਼ਰ ਦਾ ਨਾਮ ਕੋਈ ਨਹੀਂ ਸੀ ਲੈਂਦਾ। ਕਾਰੂ ਬਾਦਸ਼ਾਹ ਨੇ 45 ਗੱਜ ਰੁਪਏ ਜੋੜੇ ਹੋਏ ਸਨ ਤੇ ਇਸ ਦੇ ਭਾਈ ਹਾਰੂ ਨੇ 40 ਗੰਜ। ਗੁਰੂ ਜੀ ਕਾਰੂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਉਸ ਦੇ ਕਿਲੇ ਅੱਗੇ ਜਾ ਬੈਠੇ। ਇੱਕ ਦਰਬਾਨ ਨੂੰ ਗੁਰੂ ਜੀ ਨੇ ਕਿਹਾ, ਇਸ ਦੇਸ਼ ਦਾ ਰਾਜਾ ਕੈਸਾ ਹੈ? ਫਕੀਰਾਂ ਨੂੰ ਦਾਨ ਕਿੰਨਾ ਕੁ ਕਰਦਾ ਹੈ? ਪ੍ਰਜਾ ਦਾ ਨਿਆਂ ਕੈਸਾ ਕਰਦਾ ਹੈ? ਦਇਆਵਾਨ ਕਿੰਨਾ ਕੁ ਹੈ? ਗੁਰੂ ਜੀ ਦੇ ਪ੍ਰਸ਼ਨ ਸੁਣ ਕੇ ਦਰਬਾਨ ਨੇ ਕਿਹਾ, ਮਹਾਰਾਜ, ਇਸ ਬਾਦਸ਼ਾਹ ਨੇ ਪ੍ਰਜਾ ਬਹੁਤ ਦੁਖੀ ਕੀਤੀ ਹੋਈ ਹੈ। ਇਹ ਬੜਾ ਜ਼ਾਲਮ ਹੈ, ਬਹੁਤ ਹੀ ਕੰਜੂਸ ਹੈ, ਕਿਸੇ ਨੂੰ ਇੱਕ ਕੌਡੀ ਵੀ ਦਾਨ ਨਹੀਂ ਦਿੰਦਾ। ਸਾਰੇ ਦੇਸ਼ ਦਾ ਧਨ ਇਸ ਨੇ ਇਕੱਠਾ ਕਰਕੇ ਖਜ਼ਾਨੇ ਭਰੇ ਹੋਏ ਹਨ। ਕਿਸੇ ਦੀ ਕੋਈ ਦਾਦ ਫਰਿਆਦ ਨਹੀਂ ਸੁਣਦਾ। ਇਸ ਦੇ ਜ਼ੁਲਮ ਕਰਕੇ ਕਈ ਲੋਕ ਦੇਸ਼ ਛੱਡ ਕੇ ਚਲੇ ਗਏ ਹਨ। ਅਨੇਕਾਂ ਦੁਖੀ ਹੋ ਕੇ ਪੁਕਾਰਾਂ ਕਰਦੇ ਹੀ ਮਰ ਗਏ ਹਨ। ਫਿਰ ਗੁਰੂ ਜੀ ਨੇ ਪੁੱਛਿਆ, ਇਸ ਕਾਰੂ ਪਾਤਸ਼ਾਹ ਨੇ ਇਤਨਾ ਧਨ ਇਕੱਠਾ ਕਿਸ ਤਰ੍ਹਾਂ ਕੀਤਾ ਹੈ? ਲੋਕ ਧਨ ਨੂੰ ਲੁਕਾ ਛੁਪਾ ਕੇ ਬੜਾ ਰੱਖਦੇ ਹਨ। ਫਿਰ ਜਿਸ ਨੇ ਕਿਸੇ ਢੰਗ ਨਾਲ ਉਹਨਾਂ ਪਾਸੋਂ ਰੁਪਈਆ ਕਢਵਾ ਲਿਆ। ਦਰਬਾਨ ਨੇ ਕਿਹਾ, ਸੁਣੋ ਸੰਤ ਜੀ, ਇੱਕ ਵਾਰ ਕਾਰੂ ਨੇ ਸਾਰੇ ਵਜ਼ੀਰਾਂ ਨੂੰ ਸੱਦ ਕੇ ਬੜੇ ਕ੍ਰੋਧ ਨਾਲ ਪੁੱਛਿਆ ਕਿ ਮੇਰੇ ਦੇਸ਼ ਵਿੱਚ ਹੋਰ ਕਿਸੇ ਪਾਸ ਧਨ ਹੈ ਕਿ ਨਹੀਂ। ਵਜ਼ੀਰਾਂ ਨੇ ਕਿਹਾ, ਪਾਤਸ਼ਾਹ, ਹੁਣ ਤਾਂ ਸਾਰੇ ਦੇਸ਼ ਵਿੱਚ ਹੀ ਕਿਸੇ ਪਾਸ 1 ਰੁਪਈਆ ਨਹੀਂ ਹੈ। ਵਜ਼ੀਰਾਂ ਪਾਸੋਂ ਇਹ ਗੱਲ ਸੁਣ ਕੇ ਕਾਰੂ ਨੇ ਕਿਹਾ, ਦੇਸ਼ ਵਿੱਚ ਢੰਡੋਰਾ ਫੇਰ ਦਿਓ ਕਿ ਜਿਹੜਾ 1 ਰੁਪਈਆ ਦੇਵੇਗਾ, ਕਾਰੂ ਪਾਤਸ਼ਾਹ ਦੀ ਲੜਕੀ ਨਾਲ ਉਸ ਦਾ ਵਿਆਹ ਕਰ ਦਿੱਤਾ ਜਾਵੇਗਾ। ਲੜਕੀ ਨੂੰ ਸ਼ਹਿਰ ਦੇ ਚਬੂਤਰੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਗਿਆ। ਜਿਸ ਨੂੰ ਵੇਖ ਕੇ ਇੱਕ ਨੌਜਵਾਨ ਲੜਕਾ ਮੋਹਿਤ ਹੋ ਗਿਆ। ਉਸ ਨੇ ਆਪਣੀ ਮਾਂ ਨੂੰ ਆਖਿਆ ਕਿ ਜਿਵੇਂ ਵੀ ਹੋਵੇ ਮੈਨੂੰ 1 ਰੁਪਈਆ ਦਿਓ, ਮੈਂ ਪਾਤਸ਼ਾਹ ਦੀ ਲੜਕੀ ਨੂੰ ਮੁੱਲ ਲੈ ਆਵਾਂ। ਲੜਕੇ ਦੀ ਮਾਂ ਨੇ ਕਿਹਾ, ਕਾਕਾ, ਰੁਪਈਆ ਤਾਂ ਸਾਰੇ ਦੇਸ਼ ਵਿੱਚ ਕਿਸੇ ਪਾਸ ਨਹੀਂ ਹੈ, ਮੈਂ ਤੈਨੂੰ ਕਿੱਥੋਂ ਦੇਵਾਂ? ਲੜਕੇ ਕਿਹਾ, ਮਾਂ, ਜੇ ਤੂੰ ਮੈਨੂੰ 1 ਰੁਪਈਆ ਨਹੀਂ ਦੇਵੇਂਗੀ ਤਾਂ ਮੈਂ ਜਿਉਂਦਾ ਨਹੀਂ ਰਹਾਂਗਾ। ਇਸ ਗੱਲ ਕਰਨ ਦੇ ਨਾਲ ਹੀ ਲੜਕਾ ਭੁਆਟਣੀ ਖਾ ਕੇ ਧਰਤੀ 'ਤੇ ਡਿੱਗ ਪਿਆ। ਮਾਂ ਬਹੁਤ ਰੋਈ ਅਤੇ ਕਹਿਣ ਲੱਗੀ, ਉੱਠ ਬੇਟਾ, ਤੈਨੂੰ ਮੈਂ ਦੱਸਦੀ ਹਾਂ ਕਿ ਜਦ ਤੇਰਾ ਪਿਤਾ ਮਰਿਆ ਸੀ ਤਾਂ ਉਸ ਦੇ ਮੂੰਹ ਵਿੱਚ 1 ਰੁਪਈਆ ਪਾਇਆ ਸੀ। ਹੁਣ ਜੇ ਤੂੰ ਪਾਤਸ਼ਾਹ ਦੀ ਲੜਕੀ ਤੋਂ ਬਿਨਾਂ ਨਹੀਂ ਰਹਿ ਸਕਦਾ ਤਾਂ ਆਪਣੇ ਪਿਤਾ ਦੀ ਕਬਰ ਪੁੱਟ ਕੇ ਉਸ ਦੇ ਮੂੰਹ ਵਿੱਚੋਂ ਰੁਪਈਆ ਕੱਢ ਲੈ। ਮਾਂ ਦੀ ਇਹ ਗੱਲ ਸੁਣ ਕੇ ਲੜਕਾ ਬਹੁਤ ਖੁਸ਼ ਹੋ ਗਿਆ ਅਤੇ ਕਬਰ ਪੁੱਟ ਕੇ ਪਿਤਾ ਦੇ ਮੂੰਹ ਵਿੱਚੋਂ ਰੁਪਈਆ ਕੱਢ ਕੇ ਲੈ ਆਇਆ। ਜਦ ਰੁਪਈਆ ਲੈ ਕੇ ਬਾਦਸ਼ਾਹ ਦੀ ਲੜਕੀ ਨੂੰ ਲੈਣ ਗਿਆ ਤਾਂ ਕਾਰੂ ਨੇ ਉਸ ਨੂੰ ਡਰਾ ਧਮਕਾ ਕੇ ਪੁੱਛਿਆ ਕਿ ਸੱਚ ਦੱਸ, ਇਹ ਰੁਪਈਆ ਤੂੰ ਕਿੱਥੋਂ ਲਿਆ ਹੈ? ਜੇ ਤੂੰ ਝੂਠ ਬੋਲੇਂਗਾ ਤਾਂ ਜਾਨੋਂ ਮਾਰ ਦਿਆਂਗਾ। ਲੜਕੇ ਨੇ ਬਾਦਸ਼ਾਹ ਨੂੰ ਸੱਚ ਦੱਸ ਦਿੱਤਾ ਕਿ ਇਹ ਰੁਪਈਆ ਮੈਂ ਆਪਣੇ ਪਿਓ ਦੀ ਕਬਰ ਵਿੱਚੋਂ ਲਿਆਇਆ ਹਾਂ। ਜਦ ਕਾਰੂ ਨੇ ਇਹ ਗੱਲ ਸੁਣੀ ਤਾਂ ਉਸ ਨੇ ਤਤਛਿਣ ਹੀ ਹੁਕਮ ਦੇ ਕੇ ਸਾਰੀਆਂ ਕਬਰਾਂ ਪੁਟਾ ਦਿੱਤੀਆਂ ਅਤੇ ਜਿੱਥੋਂ ਕਿਸੇ ਵਿੱਚੋਂ ਰੁਪਈਆ ਨਿਕਲਿਆ ਉਹ ਖਜ਼ਾਨੇ ਵਿੱਚ ਜਮ੍ਹਾਂ ਕਰ ਲਿਆ। ਦਰਬਾਨਾਂ ਪਾਸੋਂ ਇਹ ਵਾਰਤਾ ਸੁਣ ਕੇ ਗੁਰੂ ਜੀ ਨੇ ਕਿਹਾ, ਇਹ ਬੜਾ ਵੱਡਾ ਪਾਪੀ ਹੈ, ਮਰ ਕੇ ਨਰਕਾਂ ਨੂੰ ਜਾਏਗਾ। ਹੇ ਦਰਬਾਨੋ, ਤੁਸੀਂ ਕਾਰੂ ਨੂੰ ਜਾ ਕੇ ਆਖੋ ਕਿ ਬਾਹਰ ਇੱਕ ਦਰਵੇਸ਼ ਆਇਆ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਕੁਝ ਲੈਣ ਦੀ ਉਸ ਨੂੰ ਕੋਈ ਇੱਛਾ ਨਹੀਂ ਹੈ, ਕੇਵਲ ਤੁਹਾਨੂੰ ਮਿਲਣਾ ਹੀ ਚਾਹੁੰਦਾ ਹੈ। ਦਰਬਾਨਾਂ ਨੇ ਜਦ ਇਹੀ ਗੱਲ ਕਾਰੂ ਨੂੰ ਜਾ ਕੇ ਆਖੀ ਤਾਂ ਉਹ ਆਪਣੇ ਮੰਤਰੀਆਂ ਨਾਲ ਗੁਰੂ ਜੀ ਪਾਸ ਆ ਗਿਆ। ਅੱਗੇ ਗੁਰੂ ਜੀ ਠੀਕਰੀਆਂ ਇਕੱਠੀਆਂ ਕਰਕੇ ਆਪਣੀ ਝੋਲੀ ਵਿੱਚ ਪਾਈ ਜਾਂਦੇ ਸਨ। ਕਾਰੂ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ, ਇਹ ਠੀਕਰੀਆਂ ਕਿਉਂ ਇਕੱਠੀਆਂ ਕਰ ਰਹੇ ਹੋ? ਗੁਰੂ ਜੀ ਨੇ ਕਿਹਾ, ਇਹ ਠੀਕਰੀਆਂ ਅਸਾਂ ਆਪਣੇ ਨਾਲ ਪ੍ਰਲੋਕ ਵਿੱਚ ਲੈ ਜਾਣੀਆਂ ਹਨ। ਕਾਰੂ ਨੇ ਕਿਹਾ, ਪ੍ਰਲੋਕ ਵਿੱਚ ਤਾਂ ਇਹ ਸਰੀਰ ਵੀ ਨਾਲ ਨਹੀਂ ਜਾਂਦਾ, ਠੀਕਰੀਆਂ ਕਿਸ ਤਰ੍ਹਾਂ ਨਾਲ ਜਾਣਗੀਆਂ? ਨਾਲ ਤਾਂ ਇੱਕ ਤੀਲਾ ਵੀ ਨਹੀਂ ਜਾਂਦਾ। ਕਾਰੂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਜਿਹੜੇ 45 ਗੰਜ ਜ਼ੁਲਮ ਕਰਕੇ ਪਾਪਾਂ ਨਾਲ ਜੋੜ ਕੇ ਰੱਖੇ ਹਨ, ਉਹ ਕਿਸ ਤਰ੍ਹਾਂ ਨਾਲ ਜਾਣਗੇ? ਤੇਰਾ ਵੱਡਾ ਭਾਈ ਕਾਰੂ 40 ਗੰਜ ਜੋੜ ਕੇ ਮੋਇਆ ਹੈ, ਉਸ ਦੇ ਨਾਲ ਕੁਝ ਅੱਗੇ ਨਹੀਂ ਗਿਆ। ਤੂੰ ਵੀ ਉਸ ਨਾਲੋਂ 5 ਗੰਜ ਬਹੁਤੇ ਜੋੜ ਲਏ ਹਨ, ਤੇਰੇ ਨਾਲ ਕਿਸ ਤਰ੍ਹਾਂ ਜਾਣਗੇ? ਯਾਦ ਰੱਖ, ਤੂੰ ਮਰ ਕੇ ਇਹਨਾਂ ਪਾਪਾਂ ਦੇ ਕਾਰਨ ਨਰਕਾਂ ਵਿੱਚ ਬਹੁਤ ਦੁੱਖ ਪਾਵੇਂਗਾ ਅਤੇ ਇਹ ਤੇਰੇ ਖਜ਼ਾਨੇ ਹੋਰ ਕੋਈ ਸਾਂਭ ਲਵੇਗਾ। ਫਿਰ ਇਹ ਤੇਰੇ ਕੇਸ ਕੰਮ ਆਉਣਗੇ। ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਲੋਕਾਂ 'ਤੇ ਜ਼ੁਲਮ ਕਰਨਾ ਛੱਡ ਦੇ। ਕਾਰੂ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ਮਈ ਬਚਨ ਸੁਣ ਕੇ ਬਹੁਤ ਪਸੀਜ ਗਿਆ। ਉਹ ਬੇਨਤੀ ਕਰਨ ਲੱਗਾ, ਮਹਾਰਾਜ, ਜੋ ਪਿੱਛੇ ਬੀਤ ਗਈ ਸੋ ਬੀਤ ਗਈ। ਹੁਣ ਮੈਨੂੰ ਐਸਾ ਉਪਦੇਸ਼ ਦਿਓ ਜਿਸ ਨਾਲ ਮੈਨੂੰ ਖੁਦਾ ਉੱਤੇ ਨਿਸ਼ਚਾ ਪਰਪੱਕ ਹੋ ਜਾਵੇ।
ਮੇਰੇ ਮਨ ਦੇ ਸਾਰੇ ਵਿਕਾਰ, ਲੋਭ ਲਾਲਚ ਆਦ ਦੂਰ ਹੋ ਜਾਣ ਤੇ ਮੈਂ ਖੁਦਾ ਦਾ ਮਾਰਗ ਜਾਣ ਲਵਾਂ। ਕਾਰੂ ਨੂੰ ਨਸੀਹਤ ਕਰਨ ਵਾਸਤੇ ਗੁਰੂ ਜੀ ਨੇ ਇਹ ਨਸੀਹਤਨਾਮਾ ਉਚਾਰਨ ਕੀਤਾ। ਤਿਲਕ ਮਹੱਲਾ ਪਹਿਲਾ। ਕੀਚੇ ਨੇਕ ਨਾਮੀ ਜੋ ਦੇਵੇ ਖੁਦਾਏ, जो दिसे जमी पर सो होसी फनाए। दायम व दौलत कसे बेसुमार, ना रहेंगे करोड़ी ना रहेंगे हजार। दमड़ा तिसी का जो खर्चे अर खाए, देवे दिलावे रजावे खुदाए। होता ना राखे अकेला ना खाए, तहकीक दिल दानी वही पिस्त जाए। कीचे तवाज्या ना कीजे गुमान, ना रही सी एह दुनिया ना रही सी दीवान। हाथी व कोड़े व लश्कर हजार, होवेंगे गर्क कुछ लागे ना बार। दुनिया का दीवाना कहे मुल्क मेरा, आई मौत सिर पर ना तेरा ना मेरा। केती गई देख वाजे बजाए, वही एक रहसी जो साचा खुदाए। आया अकेला अकेला चलाया, चलते वक्त कोई काम न आया। लेखा मंगीजे क्या दीजिए जवाब, तौबा पुकारे तो पावे अजाब। दुनिया पर कर जोर दमड़ा कमाया, खाया हंडाया अजाई गवाया। आखर पछुताना करे हाय हाय, दरगह गया ते तू पावह सजाए। लानत है तैकू अर तैंडी कमाई, दगेबाजी करके दुनिया लूट खाई। पिए प्याले ओ खाए कबाब, देख रे लोको जो होते खराब। तिसका तू बंदा तिसी का सवारिया, दुनिया के लालच तू साहिब विसारिया। ना कीती इबादत ना रखियो ईमान, ना कीती हकूमत पुकारे जहान। अंदर महला को बैठो तू जाए, हरमा स्यों खेले खुशबोई हवाए। ना सूझे ना बूझे बाहर क्या हुए, हरामी गरीबा को मारे बगोए। बस्ती उजाड़े फिर ना वसावे, कूके पुकारे तो दाद न पावे। लाखों करोड़ी करे बेशुमार, रहेंगे करोड़ी ना रहेंगे हजार। हाकम का हावे हुकूमत ना होए, दुनिया का दीवाना फिरे मस्त लोए। लूटे मुल्क बहुत पहरे अर खाए, दोजक की आतश मारेगी जलाए। गर्भ स्यों ना देखो दुनिया के दीवानों, हमेशा ना रहेंगे तू ऐसी ना जाने। उठावे सबा उसको लागे ना बार, किसकी दुनिया किसके घर बार। चंद रोज चलना किछ पकड़ो करार, ना कीचे हिरस बहुत दुनिया के यार। शर्मिंदा ना होए कुछ नेकी कमाए, लानत का जामा पहर के ना जाए। गफलत करोगे तो खाओगे मार, बेटी व बेटा को लेंगो न सार। तौबा करो बहुत कीचे ना जोर, दोजक की आतश जलावेगी गोर। मसाइक पैगंबर केते शाह खान, ना दीसे ज़मी पर तीनों के निशान। चलते कबूतर जनावर की छाँव, केते खाक हुए कोई पूछे न नाव। 40 गंज जोड़े ना रखियो ईमान, देखो रे लो को कारू जो होता परेशान। नदानी ये दुनिया व फ़ानी मुकाम, तू खुद चशमबीनी है चलाना जहान। तौबा ना कीतियाँ करेंदियाँ गुनाह, बाबा नानक ऐसे आलम से तेरी पनाह। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ। ਇਸ ਨੂੰ ਸੁਣ ਕੇ ਕਾਰੂ ਦਾ ਦਿਲ ਪਿਘਲ ਗਿਆ ਅਤੇ ਅੱਗੇ ਪ੍ਰਲੋਕ ਦਾ ਧਿਆਨ ਕਰਕੇ ਦਿਲ ਵਿੱਚ ਬੜਾ ਭੈਭੀਤ ਹੋ ਗਿਆ। ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੈਂ ਬਹੁਤ ਪਾਪ ਕੀਤੇ ਹਨ, ਮੇਰੇ 'ਤੇ ਕਿਰਪਾ ਕਰਕੇ ਮੇਰਾ ਜਨਮ ਸਫਲਾ ਕਰੋ। ਗੁਰੂ ਜੀ ਨੇ ਕਿਹਾ, ਜਦ ਤੱਕ ਤੇਰੇ ਪਾਸ ਇਹ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਹੈ, ਤਦ ਤੱਕ ਤੇਰਾ ਛੁਟਕਾਰਾ ਨਹੀਂ ਹੋ ਸਕਦਾ। ਇਸ ਨਾਲ ਮੋਹ ਤੋੜੇਂਗਾ ਤਾਂ ਤੇਰਾ ਛੁਟਕਾਰਾ ਹੋਵੇਗਾ। ਮਾਇਆ ਕਰਕੇ ਹੀ ਇਸਤਰੀ ਪੁੱਤਰ ਆਦਿ ਸੰਬੰਧੀ ਮਿੱਤਰ ਹੁੰਦੇ ਹਨ। ਜਦ ਮਾਇਆ ਨਾ ਹੋਵੇ ਤਾਂ ਕੋਈ ਬਾਤ ਨਹੀਂ ਪੁੱਛਦਾ, ਸਭ ਦੂਰ ਦੂਰ ਹੀ ਰਹਿੰਦੇ ਹਨ। ਸੋ ਜਗਤ ਦੀ ਪ੍ਰੀਤ ਕਿਸੇ ਕੰਮ ਨਹੀਂ ਆਉਂਦੀ। ਪ੍ਰਮਾਤਮਾ ਦੀ ਪ੍ਰੀਤੀ ਸਦਾ ਸੁੱਖ ਦੇਣ ਵਾਲੀ ਹੈ, ਇਸ ਨਾਲ ਸਦਾ ਪ੍ਰੇਮ ਕਰੋ। ਕਾਰੂ ਨੇ ਜਦ ਐਸੇ ਬਚਨ ਸੁਣੇ
ਤਾਂ ਦੀਨ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ, ਜੇ ਇਸ ਤਰ੍ਹਾਂ ਆਪ ਆਗਿਆ ਕਰੋਗੇ ਮੈਂ ਉਹੀ ਕਰਾਂਗਾ। ਉਸ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਜਿਹੜੇ ਮਨੁੱਖ ਤੂੰ ਕੈਦ ਕੀਤੇ ਹਨ ਉਹਨਾਂ ਸਾਰਿਆਂ ਨੂੰ ਛੱਡ ਦਿਓ ਅਤੇ ਜਿਸ ਦਾ ਧਨ ਲੁੱਟਿਆ ਹੋਇਆ ਹੈ ਉਹ ਸਭ ਵਾਪਸ ਕਰ ਦਿਓ। ਬਾਕੀ ਜੋ ਤੇਰੇ ਪਾਸ ਧਨ ਬਚ ਜਾਵੇ ਉਹ ਪਰਮੇਸ਼ਰ ਦੇ ਨਾਮ ਪਰ ਗਰੀਬਾਂ ਨੂੰ ਵੰਡ ਦਿਓ ਅਤੇ ਪਰਮੇਸ਼ਰ ਦਾ ਨਾਮ ਸਿਮਰਨ ਕਰੋ। ਕਾਰੂ ਨੇ ਹੁਕਮ ਮੰਨ ਕੇ ਇਸ ਤਰ੍ਹਾਂ ਹੀ ਸਾਰਾ ਧਨ ਵੰਡ ਦਿੱਤਾ ਅਤੇ ਆਪ ਬੰਦਗੀ ਕਰਨ ਲੱਗ ਪਿਆ। ਗੁਰੂ ਜੀ ਇਸ ਨੂੰ ਸਿੱਧੇ ਰਸਤੇ ਪਾ ਕੇ ਆਪ ਕੁਝ ਦਿਨਾਂ ਉਪਰੰਤ ਅੱਗੇ ਨੂੰ ਹੋਰ ਵਿਗੜਿਆ ਤਿਗੜਿਆਂ ਨੂੰ ਸੁਧਾਰਨ ਚੱਲ ਪਏ।